ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। 20ਵੇਂ ਭਾਗ ਵਿੱਚ ਸੁਣੋ ਸਾਧ ਸੁਭਾਅ ਬਜ਼ੁਰਗ ਜੋ ਲਾਪਤਾ ਹੋਇਆ, ਗੋਲੂ ਰਸੋਈਆ ਅਤੇ ਥਾਣੇ ਵਿੱਚ ਬੰਦ ਮਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੁਭਾਅ ਬਜ਼ੁਰਗ ਜੋ ਲਾਪਤਾ ਹੋਇਆ। ਨਕੋਦਰ ਕੋਲ ਇੱਕ ਠਾਰ ਦੀ ਦਾਸਤਾਨ ਹੈ। ਇੱਕ ਚੰਗੇ ਜ਼ਿਮੀਂਦਾਰ ਪਰਿਵਾਰ ਦਾ 50 ਕੁ ਸਾਲ ਦਾ ਅਣਵਿਆਹਿਆ ਬਜ਼ੁਰਗ ਸੀ, ਜੋ ਸਦਾ ਮੋਟੇ ਖੱਦਰ ਦਾ ਕੁੜਤਾ ਪਾਉਂਦਾ ਤੇ ਪੈਰੋਂ ਨੰਗਾ ਰਹਿੰਦਾ ਸੀ। ਉਹ ਵੇਖਣ ਨੂੰ ਸਿੱਧਰਾ ਜਿਹਾ ਸੀ। ਅਸੀਂ ਜਦੋਂ ਜਾਣਾ ਉਹਨੇ ਆ ਕੇ ਕੋਲ ਬਹਿ ਜਾਣਾ ਅਤੇ ਹਥਿਆਰਾਂ ਨੂੰ ਵੇਖ ਵੇਖ ਕੇ ਖੁਸ਼ ਹੁੰਦੇ ਰਹਿਣਾ। ਉਹਨਾਂ ਨੂੰ ਛੋਹ ਕੇ ਬੱਚਿਆਂ ਵਾਂਗ ਹੱਸਣਾ। ਉਹ ਗੂੰਗਾ ਵੀ ਸੀ ਅਤੇ ਬੋਲਾ ਵੀ। ਉਹ ਹੱਸਦਾ ਹੀ ਮਿਲਦਾ ਸੀ। ਜੇ ਚੁੱਪ ਬੈਠਾ ਹੁੰਦਾ ਤਾਂ ਇੰਜ ਲੱਗਦਾ ਜਿਵੇਂ ਬਹੁਤ ਡੂੰਘੀ ਵਿਚਾਰ ਵਿੱਚ ਡੁੱਬਿਆ ਹੋਵੇ। ਉਹਦੇ ਘਰ ਵਾਲੇ ਕੀ, ਸਾਰੇ ਆਲੇ ਦੁਆਲੇ ਦੇ ਲੋਕ ਸਭ ਉਹਦੀ ਨੇਕ ਨੀਅਤੀ ਅਤੇ ਮਾਸੂਮੀਅਤ ਤੋਂ ਜਾਣੂ ਸਨ। ਉਹਦੀ ਇੱਜ਼ਤ ਕਰਦੇ ਸਨ। ਸਾਰੇ ਪਿਆਰ ਨਾਲ ਉਹਨੂੰ ਚਾਚਾ ਅਲਮਸਤ ਕਹਿੰਦੇ ਸਨ। ਉਹ ਘਰੇ ਘੱਟ ਹੀ ਰਹਿੰਦਾ ਸੀ, ਪਰ ਜਦੋਂ ਸਾਡੇ ਵਿੱਚੋਂ ਕਿਸੇ ਨੇ ਵੀ ਜਾਣਾ ਤਾਂ ਉਹਨੇ ਓਨਾ ਚਿਰ ਘਰ ਹੀ ਰਹਿਣਾ ਜਿੰਨਾ ਚਿਰ ਚਲੇ ਨਾ ਜਾਣਾ। ਉਹ ਸਾਡੇ ਉੱਥੇ ਹੁੰਦਿਆਂ ਰਾਤ ਨੂੰ ਸੌਂਦਾ ਵੀ ਨਹੀਂ ਸੀ, ਜਾਗਦਾ ਹੀ ਰਹਿੰਦਾ ਅਤੇ ਸਾਡੇ ਕੋਲ ਹੀ ਬੈਠੇ ਰਹਿਣਾ। ਜਦੋਂ ਉਸ ਪਰਿਵਾਰ ਨੂੰ ਪੁਲਿਸ ਦਾ ਗੇੜ ਪਿਆ ਤਾਂ ਸਾਰਿਆਂ ਦੀ ਮਾਰ ਕੁਟਾਈ ਹੋਈ। ਨਕੋਦਰ ਦੇ ਜ਼ਾਲਮ ਥਾਣੇਦਾਰ ਨੇ ਉਸ ਅਲਮਸਤ ਨੂੰ ਵੀ ਜ਼ੁਲਮ ਦੀ ਭੱਠੀ ਵਿੱਚ ਦੀ ਕੱਢ ਛੱਡਿਆ। ਇਹ ਵੀ ਨਾ ਵੇਖਿਆ ਕਿ ਉਹ ਬੰਦਾ ਗੂੰਗਾ ਅਤੇ ਬੋਲਾ ਹੈ। ਘਰ ਵਾਲਿਆਂ ਨੂੰ ਮੁਕੱਦਮੇ ਪਾ ਕੇ ਜੇਲ੍ਹ ਭੇਜ ਦਿੱਤਾ ਅਤੇ ਅਲਮਸਤ ਨੂੰ ਉਹਨਾਂ ਦੇ ਖੇਤਾਂ ਵਿੱਚ ਛੱਡ ਦਿੱਤਾ। ਲੋਕਾਂ ਨੇ ਉਸ ਨੂੰ ਪਹਿਲੀ ਵਾਰ ਉਦਾਸੀ ਵਿੱਚ ਬੈਠੇ ਵੇਖਿਆ। ਉਹ ਤੁਰਨ ਵੇਲੇ ਲੰਗੜਾ ਕੇ ਮੁਸ਼ਕਲ ਨਾਲ ਤੁਰਦਾ ਸੀ। ਇਹ ਉਹਦੀ ਆਖਰੀ ਰਾਤ ਸੀ। ਉਸ ਦਿਨ ਤੋਂ ਬਾਅਦ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਗਿਆ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਦੀ ਕਾਫੀ ਭਾਲ ਕੀਤੀ। ਜੋ ਸਾਡੇ ਕਰਕੇ ਘਰੇ ਰਹਿੰਦਾ ਸੀ ਤੇ ਰਾਤੀ ਵੀ ਸਾਡੇ ਸਿਰਹਾਣੇ ਜਾਗਦਾ ਸੀ, ਉਸ ਬਜ਼ੁਰਗ ਦਾ ਸਾਡੇ ਲਈ ਮੋਹ ਸਧਾਰਨ ਨਹੀਂ ਸੀ। ਗੋਲੂ ਰਸੋਈਆ। ਜਦੋਂ ਮੈਂ ਪਟਿਆਲੇ ਮਾਈ ਦੀ ਸਰਾਂ ਵਿੱਚ ਪੁਲਿਸ ਤਫਤੀਸ਼ ਵਿੱਚ ਸਾਂ ਤਾਂ ਉੱਥੇ ਇੱਕ ਗੋਲੂ ਨਾਂ ਦਾ ਰਸੋਈਆ ਸੀ। ਉਹਦਾ ਕੱਦ ਕੋਈ 5.5 ਫੁੱਟ, ਸਰੀਰ ਪਤਲਾ ਅਤੇ ਰੰਗ ਸਾਂਵਲਾ ਅਤੇ ਉਮਰ 30 ਕੁ ਸਾਲ ਹੋਵੇਗੀ। ਸਿਰ 'ਤੇ ਜੂੜਾ ਹੁੰਦਾ ਸੀ, ਪਰ ਅਕਸਰ ਸਿਰੋਂ ਨੰਗਾ ਹੀ ਹੁੰਦਾ ਸੀ ਅਤੇ ਦਾੜ੍ਹੀ ਕੁਤਰੀ ਹੋਈ ਹੁੰਦੀ ਸੀ। ਪੁਲਿਸ ਅਮਲੇ ਅਤੇ ਸਾਰੇ ਹਵਾਲਾਤੀਆਂ ਨਾਲ ਉਹਦਾ ਵਰਤਾਓ ਇੱਕੋ ਜਿਹਾ ਹੀ ਹੁੰਦਾ ਸੀ। ਉਹ ਸਾਰਾ ਦਿਨ ਕੰਮ ਕਰਦਾ ਰਹਿੰਦਾ ਸੀ। ਜੇ ਕਿਤੇ ਉਹਦੀ ਅੱਖ ਲੱਗ ਜਾਂਦੀ ਤਾਂ ਆਵਾਜ਼ ਪੈਣ 'ਤੇ ਉੱਠ ਕੇ ਉਸੇ ਤਰ੍ਹਾਂ ਬਿਨਾਂ ਕਿਸੇ ਖੁਸ਼ੀ ਗਮ ਦੇ ਕੰਮ ਲੱਗ ਜਾਂਦਾ ਸੀ। ਉਹਦਾ ਖਾਣਾ ਅਤੇ ਚਾਹ ਬਣਾਉਣ ਦਾ ਹੁਨਰ ਬਹੁਤ ਕਮਾਲ ਸੀ। DSP ਅਤੇ ਥਾਣੇਦਾਰ ਉਹਦਾ ਖਾਸ ਖਿਆਲ ਰੱਖਦੇ ਸਨ। ਉਹਦੇ ਨਾਲ ਕੋਈ ਮਾੜਾ ਸਲੂਕ ਨਹੀਂ ਕਰ ਸਕਦਾ ਸੀ। ਮੁਨਸ਼ੀ ਉਹਨੂੰ ਹਰ ਰੋਜ਼ ਭੁੱਕੀ ਦਾ ਕੱਪ ਮਾਲਖਾਨੇ ਵਿੱਚੋਂ ਦੇ ਦਿੰਦਾ ਸੀ। ਉਹ ਸਾਰਾ ਦਿਨ ਸੰਤੁਸ਼ਟ ਰਹਿੰਦਾ ਸੀ। ਕੱਪੜੇ ਉਹਨੂੰ ਕੋਈ ਮੁਲਾਜ਼ਮ ਕਦੇ ਸਵਾ ਕੇ ਦੇ ਦਿੰਦਾ, ਪਰ ਲੱਗਦਾ ਸੀ ਉਹਨੂੰ ਜ਼ਿੰਦਗੀ ਵਿੱਚ ਕੋਈ ਸ਼ੌਂਕ ਨਹੀਂ ਹੈ। ਉਹਨੂੰ ਆਪਣਾ ਕੰਮ ਹੀ ਜ਼ਿੰਦਗੀ ਦਾ ਮਨੋਰਥ ਲੱਗਦਾ ਸੀ। ਉਹ ਮੈਨੂੰ ਵੀ ਰੋਟੀ ਅਤੇ ਚਾਹ ਦਿੰਦਾ ਸੀ, ਪਰ ਬੋਲਦਾ ਕੁਝ ਨਹੀਂ ਸੀ। ਇੱਕ ਦਿਨ ਕੋਲੋਂ ਲੰਘਦਿਆਂ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ, ਜੇ ਮੈਂ ਨਾ ਹੋਵਾਂ ਇਹਨਾਂ ਦੀ ਰਸੋਈ ਦਾ ਕੀ ਬਣੂ। ਉਹ ਵੇਖਣ ਨੂੰ ਸਿੱਧਰਾ ਜਿਹਾ ਲੱਗਦਾ ਸੀ। ਉਹ ਕਈ ਵਾਰ ਕਿਸੇ ਨਾਲ ਕੁਝ ਵੱਧ ਘੱਟ ਵੀ ਬੋਲ ਦਿੰਦਾ ਸੀ। ਕੋਈ ਉਹਦੀ ਗੱਲ ਦਾ ਬੁਰਾ ਨਹੀਂ ਮਨਾਉਂਦਾ ਸੀ। ਉਹਦੀ ਕਿਸੇ ਗੱਲ ਵਿੱਚ ਦਿਲਚਸਪੀ ਨਹੀਂ ਸੀ ਸਿਵਾਏ ਆਪਣੇ ਵਿਆਹ ਦੇ। ਪੁਲਿਸ ਵਾਲੇ ਉਹਦੇ ਨਾਲ ਲਗਾਤਾਰ ਇਸ ਮਸਲੇ 'ਤੇ ਛੇੜਛਾੜ ਕਰਦੇ ਰਹਿੰਦੇ ਸਨ। ਇੱਕ ਵਾਰ ਉਹਨਾਂ ਨੇ ਕਿਸੇ ਪੇਸ਼ੇਵਰ ਔਰਤ ਜੋ ਕਿਸੇ ਜੁਰਮ ਵਿੱਚ ਫੜੀ ਹੋਈ ਸੀ, ਉਸ ਨਾਲ ਉਹਨੂੰ ਮਿਲਾ ਦਿੱਤਾ। ਹੁਣ ਉਹਦੇ ਬਾਰੇ ਹੀ ਸੋਚਦਾ ਰਹਿੰਦਾ ਸੀ। ਇੱਕ ਰਾਤ ਨੂੰ ਪੁੱਛਗਿੱਛ ਦੌਰਾਨ DSP ਕਹਿਣ ਲੱਗਾ, ਇਹ ਗੋਲੂ ਵੀ ਤੁਹਾਡਾ ਹੀ ਬੰਦਾ ਹੈ। ਅਸੀਂ ਇਹਨੂੰ ਬਚਾ ਲਿਆ ਅਤੇ ਆਪਣੇ ਕੋਲ ਰੱਖ ਲਿਆ ਹੈ। ਇਹ 6 ਸਾਲ ਤੋਂ ਸਾਡੇ ਕੋਲ ਹੈ। ਸਾਡੀ ਰਸੋਈ ਦਾ ਕਰਤਾ ਧਰਤਾ ਹੁਣ ਇਹੀ ਹੈ। ਸਾਡਾ ਹੁਣ ਇਹਦੇ ਬਿਨਾਂ ਸਰਦਾ ਨਹੀਂ ਹੈ। ਅਸੀਂ ਇਹਨੂੰ ਪਿੰਡ ਜਾਣ ਨੂੰ ਕਿਹਾ ਤਾਂ ਇਹ ਵੀ ਪਿੰਡ ਜਾ ਕੇ ਰਾਜ਼ੀ ਨਹੀਂ ਹੈ। ਇਹਦੀ ਮਾਂ ਨੂੰ ਮਿਲਾਇਆ ਵੀ, ਪਰ ਇਹ ਵਾਪਸ ਨਹੀਂ ਜਾ ਰਿਹਾ। ਇਹ ਮੋਗੇ ਜ਼ਿਲ੍ਹੇ ਦੇ ਇੱਕ ਖਾੜਕੂ ਦਾ ਭਰਾ ਹੈ। ਖਾੜਕੂਆਂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ, ਜਿਵੇਂ ਚੱਲਦਾ ਹੀ ਹੈ। ਪਿਓ ਇਹਦਾ ਥਾਣਿਆਂ ਦੀਆਂ ਕੁੱਟਾਂ ਅਤੇ ਕੈਦਾਂ ਭੋਗਦਿਆਂ ਦਮ ਤੋੜ ਗਿਆ। ਇਹਦੀ ਮਾਂ ਪਿੰਡ ਵਿੱਚ ਦਰਜੀ ਪੁਣੇ ਦਾ ਕੰਮ ਕਰਕੇ ਆਪਣਾ ਵਕਤ ਕੱਟਦੀ ਹੈ। ਉਹ ਲੈਣ ਆਉਂਦੀ ਹੈ, ਪਰ ਇਹ ਜਾਂਦਾ ਨਹੀਂ ਹੈ। ਸਿੱਧੇ ਸਾਦੇ ਇਨਸਾਨ
ਜਿਹੜਿਆਂ ਦਾ ਆਪਣੇ ਕੰਮ ਤੋਂ ਬਿਨਾਂ ਕਿਸੇ ਹੋਰ ਗੱਲ ਨਾਲ ਵਾਸਤਾ ਨਹੀਂ ਹੈ, ਉਹ ਕਿਸ ਤਰ੍ਹਾਂ ਹਕੂਮਤ ਦੀ ਮਾਰ ਹੇਠ ਆ ਗਏ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਨਾਲ ਕੀ ਹੋ ਗਿਆ। ਘੁੱਗ ਵਸਦੇ ਪਰਿਵਾਰਾਂ ਨੂੰ ਹਕੂਮਤ ਦੇ ਜ਼ਬਰ ਨੇ ਇਸ ਤਰ੍ਹਾਂ ਝੰਜੋੜਿਆ ਕਿ ਉਹ ਮੁੜ ਕਦੀ ਸਾਵੇਂ ਨਾ ਹੋਏ। ਉਹ ਲੋਕ ਉਖੜੇ ਹੋਏ ਘਾਹ ਵਾਂਗ ਹਵਾ ਦੇ ਨਾਲ ਹੀ ਹਿਲਦੇ ਅਤੇ ਰੁੜਦੇ ਗਏ। ਹਵਾ ਸੰਗ ਰੁੜਦੇ ਰਹਿਣ ਦੇ ਜਾਂ ਕਿਸੇ ਖੂੰਜੇ ਵਿੱਚ ਕੂੜੇ ਦੇ ਢੇਰ ਥੱਲੇ ਦੱਬੇ ਜਾਣ ਦੇ ਸਿਵਾਏ ਉਹਨਾਂ ਦਾ ਕੋਈ ਮਨੋਰਥ ਜਾਂ ਟਿਕਾਣਾ ਨਹੀਂ ਰਿਹਾ। ਉਹ ਆਪਣੇ ਘਰਾਂ, ਪਿੰਡਾਂ, ਖੇਤਾਂ ਤੋਂ ਵੀ ਵਿਛੁੰਨੇ ਹੋ ਗਏ ਅਤੇ ਆਪਣੇ ਨੇੜਲੇ ਰਿਸ਼ਤਿਆਂ ਨਾਲ ਵੀ ਭਾਵਹੀਣ ਸੰਬੰਧ ਹੋ ਗਏ। ਜ਼ਬਰ ਦੇ ਅੱਡਿਆਂ ਨੂੰ ਜ਼ਿੰਦਗੀ ਦੀ ਪਨਾਹ ਸਮਝਣਾ ਮਨੁੱਖ ਦੇ ਅਸਲੋਂ ਹਿੱਲ ਜਾਣ ਦਾ ਵਰਤਾਰਾ ਹੈ। ਸੰਘਰਸ਼ ਦੌਰਾਨ ਹੋਏ ਇਹੋ ਜਿਹੇ ਵਾਕਿਆਤ ਵੀ ਬੜੇ ਅਹਿਮ ਹਨ। ਕਿੰਨੇ ਹੀ ਬੱਚੇ, ਔਰਤਾਂ ਅਤੇ ਬੰਦੇ ਜੋ ਵਕਤ ਕੱਟਣ ਦੀ ਕੋਸ਼ਿਸ਼ ਵਿੱਚ ਡੇਰਿਆਂ, ਕਾਰਖਾਨਿਆਂ, ਥਾਣਿਆਂ ਅਤੇ ਹੋਰ ਥਾਵਾਂ 'ਤੇ ਉਹਨਾਂ ਚਿਰ ਚਾਕਰ ਹੋਏ ਰਹੇ ਜਿੰਨਾ ਚਿਰ ਉਹ ਮਰ ਨਹੀਂ ਗਏ ਜਾਂ ਉਹਨਾਂ ਨੂੰ ਉੱਥੋਂ ਕੱਢ ਨਹੀਂ ਦਿੱਤਾ ਗਿਆ ਜਾਂ ਕੋਈ ਪਿੱਛੋਂ ਆ ਕੇ ਲੈ ਨਹੀਂ ਗਿਆ। ਜੇ ਮਨੁੱਖ ਦੀ ਮੁੱਢਲੀ ਆਜ਼ਾਦੀ ਵਜੋਂ ਗੱਲ ਕਰਨੀ ਹੋਵੇ ਤਾਂ ਇਹ ਗੁਲਾਮੀ ਦਾ ਬਹੁਤ ਮਾਰੂ ਰੂਪ ਹੈ ਜੋ ਬਾਹਰੋਂ ਨਾਮਾਲੂਮ ਹੀ ਦਿਸਦਾ ਹੈ। ਤਫਤੀਸ਼ੀ ਜਾਂ ਤਸੀਹੇ ਕੇਂਦਰ ਦੇ ਰਸੋਈ ਖਾਨੇ ਦੀ ਤਸਵੀਰ ਦਾ ਦੂਜਾ ਪਾਸਾ ਵੀ ਕੋਈ ਬਹੁਤਾ ਵੱਖਰਾ ਨਹੀਂ ਹੈ। ਬੰਦੇ ਮਜਬੂਰ, ਲਾਚਾਰ, ਬਸ ਦਿਨ ਕੱਟਣ ਵਾਲੇ, ਜਿਨ੍ਹਾਂ ਲਈ ਜ਼ਿੰਦਗੀ ਦਾ ਮਤਲਬ ਇੰਨਾ ਕੁ ਹੀ ਰਹਿ ਜਾਂਦਾ ਹੈ ਕਿ ਸਾਹ ਚੱਲਦੇ ਰਹਿਣ ਅਤੇ ਢਿੱਡ ਵਿੱਚ ਰੋਟੀ ਪੈਂਦੀ ਰਹੇ। ਇਹ ਕਹਾਣੀ ਲੁਧਿਆਣੇ ਦੇ ਤਸੀਹਾ ਕੇਂਦਰ ਦੀ ਹੈ। ਉੱਥੇ ਇੱਕ ਬਹੁਤ ਪੁਰਾਣਾ ਸੇਵਾਦਾਰ ਸੀ, ਬਿਲਕੁਲ ਗਰੀਬ ਅਤੇ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਣ ਵਾਲਾ। ਉਹਨੇ 35 ਸਾਲਾਂ ਵਿੱਚ ਇੰਨਾ ਕੁਝ ਵੇਖਿਆ ਕਿ ਉਹਨੇ ਸਿੱਖ ਲਿਆ ਕਿ ਕਿਵੇਂ ਸਭ ਕੁਝ ਭੁਲਾ ਦੇਣਾ ਹੈ ਅਤੇ ਸਿਰਫ ਆਪਣੇ ਰਿਜ਼ਕ ਤੱਕ ਮਤਲਬ ਰੱਖਣਾ ਹੈ। ਜਗਰਾਓਂ ਦੇ ਕੁਝ ਨੌਜਵਾਨਾਂ ਨੂੰ CIA ਵਾਲੇ ਚੁੱਕ ਲਿਆਏ। ਉਹਨਾਂ ਉੱਤੇ ਅੰਨਾ ਤਸ਼ੱਦਦ ਹੋਇਆ, ਪਰ ਉਹ ਕਿਸੇ ਤਰ੍ਹਾਂ ਛੁੱਟ ਗਏ। ਉਹਨਾਂ ਵਿੱਚੋਂ ਇੱਕ ਨੌਜਵਾਨ ਤਸੀਹੇ ਕੇਂਦਰ ਵਿੱਚ ਬਿਤਾਏ ਦਿਨਾਂ ਨੂੰ ਭੁਲਾ ਨਾ ਸਕਿਆ ਅਤੇ ਖਾੜਕੂ ਸਫਾਂ ਵਿੱਚ ਜਾ ਰਲਿਆ। ਉਹਨਾਂ ਆਪਣੇ ਉੱਤੇ ਹੋਏ ਜ਼ੁਲਮ ਦਾ ਗੁੱਸਾ ਇਸ ਤਰ੍ਹਾਂ ਕੱਢਿਆ ਕਿ ਉਹਨੇ ਉਸ ਗਰੀਬ ਰਸੋਈਏ ਦਾ ਸਾਰਾ ਪਰਿਵਾਰ ਮਾਰ ਦਿੱਤਾ। ਉਸ ਗਰੀਬ ਨੂੰ ਸਮਝ ਨਹੀਂ ਆਇਆ ਕਿ ਉਹਦੇ ਨਾਲ ਕੀ ਹੋ ਗਿਆ ਅਤੇ ਕਿਉਂ ਹੋਇਆ। ਮਾਰਨ ਵਾਲਿਆਂ ਨੇ ਉਸ ਨੂੰ ਸਭ ਤੋਂ ਵੱਡਾ ਦੁਸ਼ਮਣ ਜਾਣਿਆ ਜੋ ਉਹਨਾਂ ਪੁਲਿਸ ਵਾਲਿਆਂ ਦੀ ਸੇਵਾ ਕਰਦਾ ਸੀ, ਉਹਨਾਂ ਨੂੰ ਖਵਾਉਂਦਾ ਪਿਆਉਂਦਾ ਸੀ। ਉਹ ਗਰੀਬ ਲਈ ਇਹ ਕੰਮ ਉਹਦਾ ਰਿਜ਼ਕ ਸੀ। ਇਹ ਸਮਝਦੇ ਫਰਕ ਨੇ ਵੱਡੇ ਟਕਰਾਅ ਦੇ ਚੱਕਰ ਦੇ ਚੱਲਦਿਆਂ ਉਹਦੀ ਦੁਨੀਆ ਗੁੱਲ ਕਰ ਦਿੱਤੀ ਅਤੇ ਉਹ ਪੱਕਾ ਹੀ ਤਸੀਹੇ ਕੇਂਦਰ ਵਿੱਚ ਰਹਿਣ ਲੱਗ ਪਿਆ। ਫਿਰ ਉਹ ਉੱਥੇ ਹੀ ਨਹੀਂ ਰਹਿ ਸਕਿਆ। ਹੁਣ ਉਹ ਕੰਮ ਛੱਡ ਕੇ ਬਾਹਰ ਆ ਗਿਆ। ਉਹਦੇ ਕੋਲ ਕੋਈ ਸਵਾਲ ਨਹੀਂ ਹੈ, ਉਹ ਸਿਰਫ ਆਪਣੀ ਲੋਥ ਚੁੱਕੀ ਫਿਰਦਾ ਹੈ। ਇਹੋ ਜਿਹੇ ਬੰਦੇ ਜੋ ਆਮ ਜ਼ਿੰਦਗੀ ਵਿੱਚ ਵੀ ਬਹੁਤੇ ਗੌਲੇ ਨਹੀਂ ਜਾਂਦੇ, ਉਹ ਸੰਘਰਸ਼ ਵਰਗੇ ਸਮਿਆਂ ਵਿੱਚ ਕਿਸ ਤਰ੍ਹਾਂ ਪਿਸ ਜਾਂਦੇ ਹਨ, ਬਹੁਤ ਨੀਝ ਲਾ ਕੇ ਵੇਖਣੇ ਪੈਂਦੇ ਹਨ। ਇਹਨਾਂ ਦਾ ਜੀਣ ਮਰਨ ਵੀ ਉਸ ਦੌਰ ਦਾ ਇੱਕ ਹਿੱਸਾ ਹੈ ਜੋ ਸਾਡੇ 'ਤੇ ਗੁਜ਼ਰਿਆ ਹੈ। ਥਾਣੇ ਵਿੱਚ ਬੰਦ ਮਿੱਤਰ। ਇਹ ਗੱਲ ਮੈਨੂੰ ਫਰੀਦਕੋਟ ਜ਼ਿਲ੍ਹੇ ਦੇ ਇੱਕ ਜ਼ਿਲ੍ਹਾ ਪੱਧਰ ਦੇ ਜਥੇਦਾਰ ਨੇ ਸੁਣਾਈ। ਇਹ ਜਥੇਦਾਰ ਠੇਕੇਦਾਰੀ ਦਾ ਕੰਮ ਵੀ ਕਰਦਾ ਸੀ ਅਤੇ ਸਿੰਘਾਂ ਨੂੰ ਪਨਾਹ ਵੀ ਦਿੰਦਾ ਸੀ। ਉਸ ਨੇ ਦੱਸਿਆ ਕਿ 1991 ਦੀ ਗੱਲ ਹੈ। ਉਸ ਵੇਲੇ ਉਹਨਾਂ ਦੇ ਥਾਣੇ ਵਿੱਚ ਕੋਈ ਬਹੁਤ ਬਦਨਾਮ ਨਾਂ ਵਾਲਾ ਥਾਣੇਦਾਰ ਆਇਆ। ਨਾਂ ਮੈਨੂੰ ਵਿਸਰ ਗਿਆ। ਉਸ ਨੇ ਬਹੁਤ ਸਿੰਘਾਂ ਨੂੰ ਮਾਰ ਮੁਕਾਇਆ। ਕਿਸੇ ਔਖੇ ਹੋਏ ਸਿੰਘ ਨੇ ਉਹਦੇ ਪਰਿਵਾਰ ਦੇ 3 ਜੀ ਮਾਰ ਦਿੱਤੇ। ਉਸ ਘਟਨਾ ਤੋਂ ਬਾਅਦ ਇਹ ਥਾਣੇਦਾਰ ਬਿਲਕੁਲ ਹੀ ਦਰਿੰਦਾ ਬਣ ਗਿਆ ਅਤੇ ਇਸ ਦੇ ਜ਼ੁਲਮ ਦੀ ਕੋਈ ਹੱਦ ਨਾ ਰਹੀ। ਉਸ ਵੇਲੇ ਇਹੋ ਜਿਹੇ ਬੰਦਿਆਂ ਨੂੰ ਸਰਕਾਰ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ। ਅਜਿਹੇ ਬੰਦਿਆਂ ਦੀ ਉਦੋਂ ਸਰਕਾਰੀ ਦਰਬਾਰੇ ਬਹੁਤ ਚੱਲਦੀ ਸੀ। ਉਹ ਥਾਣੇਦਾਰ ਆਪਣੇ ਬਾਕੀ ਪਰਿਵਾਰ ਨੂੰ ਥਾਣੇ ਵਿੱਚ ਹੀ ਲੈ ਆਇਆ। ਉਹ ਹੁਣ ਸਾਰਾ ਫਿਕਰ ਮੁਕਾ ਕੇ ਸਿੰਘਾਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਹੀ ਲੱਭਦਾ ਰਹਿੰਦਾ ਸੀ। ਉਹਦੇ ਕੋਲ ਸ਼ਰਾਬ ਪੀਣ ਜਾਂ ਸਿੰਘਾਂ ਨੂੰ ਕੋਹ ਕੇ ਮਾਰਨ ਦਾ ਹੀ ਕੰਮ ਰਹਿ ਗਿਆ ਸੀ। ਉਹਦੇ ਆਉਣ ਤੋਂ ਬਾਅਦ ਇਲਾਕੇ ਵਿੱਚ ਬਹੁਤ ਮੁਕਾਬਲੇ ਹੋਣ ਲੱਗ ਪਏ। ਉਹ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਸਿੰਘਾਂ ਦੀਆਂ 18 ਵਾਲੇ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਚੁੱਕ ਲਿਆਉਂਦਾ ਸੀ ਅਤੇ ਉਹਨਾਂ ਉੱਤੇ ਥਾਣੇ ਵਿੱਚ ਲੰਮਾ ਸਮਾਂ ਤਸ਼ੱਦਦ ਕਰਕੇ ਜਲੀਲ ਕਰਦਾ ਰਹਿੰਦਾ ਸੀ। ਲੋਕ ਸਿਫਾਰਸ਼ਾਂ ਜਾਂ ਪੈਸੇ ਨਾਲ ਆਪਣੇ ਬੰਦਿਆਂ ਨੂੰ ਛਡਾਉਣ ਦਾ ਯਤਨ ਕਰਦੇ ਸਨ। ਉਹਨਾਂ ਦਿਨਾਂ ਵਿੱਚ ਰਾਜਸੀ ਸਿਫਾਰਸ਼ਾਂ ਘੱਟ ਹੀ ਚੱਲਦੀਆਂ ਸਨ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਗੱਲ ਹੀ ਸੁਣੀ ਜਾਂਦੀ ਸੀ। ਜਿਨ੍ਹਾਂ ਨੂੰ ਕੋਈ ਵੀ ਛਡਾਉਣ ਨਹੀਂ ਆਉਂਦਾ ਸੀ, ਉਹਨਾਂ ਨੂੰ ਮਨਮਰਜ਼ੀ ਨਾਲ ਵਾਰੀ-ਵਾਰੀ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਸੀ। ਕੋਈ ਵੱਡਾ ਅਫਸਰ ਉਹਨੂੰ ਕੁਝ ਨਹੀਂ ਕਹਿੰਦਾ ਸੀ
ਪਰ ਉਸ ਥਾਣੇ ਦੇ ਸਿਪਾਹੀ ਉਹ ਤੋਂ ਤੰਗ ਆਏ ਹੋਏ ਸਨ। ਸਰਕਾਰ ਨੇ ਉਸ ਥਾਣੇਦਾਰ ਨੂੰ ਬਹਾਦਰੀ ਦੇ ਇਨਾਮ ਨਾਲ ਸਨਮਾਨਿਤ ਵੀ ਕੀਤਾ ਸੀ। ਜਿਸ ਜਥੇਦਾਰ ਨੇ ਗੱਲ ਸੁਣਾਈ, ਉਸ ਨੂੰ ਵੀ ਇਹ ਥਾਣੇਦਾਰ ਨੇ ਕਈ ਵਾਰ ਫੜਿਆ ਸੀ, ਪਰ ਉਹਦੀ ਰਾਸ਼ੀ ਪਹੁੰਚ ਹੋਣ ਕਰਕੇ ਅਤੇ ਉੱਪਰ ਪੈਸੇ ਦੇਣ ਕਰਕੇ ਉਹ ਹਰ ਵਾਰ ਬਚ ਜਾਂਦਾ ਸੀ। ਇਹ ਗੱਲ ਸੁਣਾਉਣ ਤੋਂ ਮਹੀਨਾ ਕੁ ਪਹਿਲਾਂ ਹੀ ਉਹ ਹਫ਼ਤਾ ਭਰ ਥਾਣੇ ਰਹਿ ਕੇ ਆਇਆ ਸੀ। ਉਸ ਥਾਣੇਦਾਰ ਨੇ ਉਸ ਨੂੰ ਕਿਹਾ ਕਿ ਤੂੰ ਮੇਰੇ ਤੋਂ ਬਚ ਜਾ, ਕਿਤੇ ਚਲਾ ਜਾ। ਇਸ ਹਫ਼ਤੇ ਦੇ ਸਮੇਂ ਦੌਰਾਨ ਉੱਥੇ ਜਥੇਦਾਰ ਦੀ 30 ਕੁ ਸਾਲ ਦੇ ਬੰਦੇ ਨਾਲ ਹਿਰਾਸਤ ਵਿੱਚ ਮੁਲਾਕਾਤ ਹੋਈ। ਉਹਦੇ ਨਾਲ ਗੱਲਬਾਤ ਖੁੱਲ੍ਹੀ ਤਾਂ ਉਹਨੇ ਦੱਸਿਆ ਕਿ 3 ਮਹੀਨੇ ਪਹਿਲਾਂ ਥਾਣੇਦਾਰ ਨੇ ਉਹਨੂੰ ਮਖੂ ਦੇ ਇਲਾਕੇ ਵਿੱਚੋਂ ਚੁੱਕ ਕੇ ਲਿਆਂਦਾ ਸੀ। ਉਹ ਭਾਈ ਨਿਸ਼ਾਨ ਸਿੰਘ ਮਖੂ ਦੇ ਜਥੇ ਦੇ ਕਿਸੇ ਸਿੰਘ ਦਾ ਭਰਾ ਸੀ। ਉਹ ਵਾਹੀ ਕਰਨ ਵਾਲਾ ਆਮ ਕਿਸਾਨ ਸੀ, ਜਿਸ ਦਾ ਆਪਣੇ ਕੰਮ ਤੋਂ ਬਿਨਾਂ ਹੋਰ ਕਿਸੇ ਮਸਲੇ ਨਾਲ ਕੋਈ ਬਹੁਤਾ ਵਾਹ ਨਹੀਂ ਸੀ। ਉਹ ਬੜੇ ਨਰਮ ਸੁਭਾਅ ਦਾ ਅਤੇ ਮਿਹਨਤੀ ਬੰਦਾ ਸੀ। ਥਾਣੇ ਵਿੱਚ ਜਦੋਂ ਕੋਈ ਕੰਮ ਹੁੰਦਾ ਸੀ ਤਾਂ ਥਾਣੇ ਵਾਲੇ ਉਹਨੂੰ ਬਾਹਰ ਕੱਢ ਲੈਂਦੇ। ਉਹ ਕੰਮ ਕਰਨ ਲੱਗ ਜਾਂਦਾ। ਉਹ ਹਰ ਕੰਮ ਰੀਝ ਨਾਲ ਕਰਦਾ ਸੀ। ਰਾਤ ਵੇਲੇ ਸਾਰਿਆਂ ਨੂੰ ਹਰ ਹਾਲਤ ਵਿੱਚ ਇਕੱਠੇ ਹੀ ਬੰਦ ਕੀਤਾ ਜਾਂਦਾ ਸੀ। ਇਸ ਸਮੇਂ ਦੌਰਾਨ ਉਸ ਬੰਦੇ ਨੇ ਜਥੇਦਾਰ ਨੂੰ ਦੱਸਿਆ, ਜਦੋਂ ਦਾ ਇਹ ਥਾਣੇਦਾਰ ਦਾ ਪਰਿਵਾਰ ਮਾਰਿਆ ਹੈ, ਉਦੋਂ ਤੋਂ ਇਹ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਚੁਣ ਚੁਣ ਕੇ ਮਾਰੀ ਜਾਂਦਾ ਹੈ। ਕੋਈ ਕਿਸਮਤ ਵਾਲਾ ਹੀ ਬਚ ਕੇ ਜਾਂਦਾ ਹੈ, ਪਰ ਮੈਨੂੰ ਕੁਝ ਨਹੀਂ ਕਹਿੰਦਾ। ਨਾ ਕੋਈ ਤਫਤੀਸ਼ ਹੁੰਦੀ ਹੈ, ਨਾ ਹੀ ਕੋਈ ਤਸ਼ੱਦਦ। ਉਹਦੇ ਕਹਿਣ ਮੁਤਾਬਕ ਹੁਣ ਤੱਕ ਉਹ ਕਈ ਦਰਜਨ ਬੰਦਿਆਂ ਨੂੰ ਮਾਰ ਚੁੱਕਿਆ ਸੀ। ਉਹ ਕਹਿੰਦਾ, ਜਦੋਂ ਦਾ ਮੈਂ ਇੱਥੇ ਆਇਆ ਹਾਂ, ਮੇਰੇ ਕੋਲੋਂ ਲਿਜਾ ਕੇ 7 ਬੰਦਿਆਂ ਨੂੰ ਮਾਰ ਚੁੱਕਾ ਹੈ। ਬਸ ਬੰਦਿਆਂ ਨੂੰ ਫੜ ਲੈਣਾ, ਜਦੋਂ ਜ਼ਰੂਰਤ ਹੁੰਦੀ ਹੈ ਤਾਂ ਮਾਰ ਦੇਣਾ। ਬਹੁਤੀ ਵਾਰ ਫੜੇ ਗਏ ਬੰਦਿਆਂ ਦਾ ਖਾੜਕੂਆਂ ਦੇ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੁੰਦਾ ਸੀ। ਉਹਨਾਂ ਦਾ ਕਸੂਰ ਇਹੋ ਸੀ ਕਿ ਉਹਨਾਂ ਦਾ ਖਾੜਕੂਆਂ ਨਾਲ ਖੂਨ ਦਾ ਰਿਸ਼ਤਾ ਜਾਂ ਜਾਣ ਪਛਾਣ ਸੀ। ਬਹੁਤੇ ਬੰਦੇ ਇੱਥੇ ਆ ਕੇ ਬਿਲਕੁਲ ਟੁੱਟ ਜਾਂਦੇ ਸਨ। ਉਹਨਾਂ ਦੀ ਹਾਲਤ ਅਧਮੋਇਆਂ ਵਰਗੀ ਹੋ ਜਾਂਦੀ ਸੀ। ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਉਤਸ਼ਾਹ ਨਹੀਂ ਸੀ ਰਹਿੰਦਾ। ਬਹੁਤੇ ਚੁੱਪ ਹੋ ਜਾਂਦੇ ਸਨ ਅਤੇ ਸਰੀਰਕ ਤੌਰ ਉੱਤੇ ਵੀ ਕਮਜ਼ੋਰ ਹੋ ਜਾਂਦੇ ਸਨ। ਇਸ ਗੱਲ ਦਾ ਤਜਰਬਾ ਇਹ ਜਥੇਦਾਰ ਨੂੰ ਹੀ ਸੀ ਅਤੇ ਹੋਰਾਂ ਲੋਕਾਂ ਨੇ ਵੀ ਮੇਰੇ ਨਾਲ ਸਾਂਝਾ ਕੀਤਾ ਕਿ ਹਵਾਲਾਤ ਵਿੱਚ ਉਸ ਵੇਲੇ ਲੋਕ ਕਿਸ ਤਰ੍ਹਾਂ ਦੀ ਮਾਨਸਿਕ ਹਾਲਤ ਵਿੱਚ ਹੋ ਜਾਂਦੇ ਹਨ। ਉੱਥੇ ਲੋਕ ਖੂੰਜੇ ਲੱਗ ਕੇ ਬੈਠੇ ਜਾਂ ਲੰਮੇ ਪਏ ਰਹਿੰਦੇ ਸਨ। ਉਹਨਾਂ ਵਿੱਚ ਦਿਲ ਧੜਕਦੇ ਹੁੰਦੇ ਸਨ, ਪਰ ਜੀਵਨ ਪ੍ਰਤੀ ਕੋਈ ਆਸ ਜਾਂ ਉਮੀਦ ਨਹੀਂ ਸੀ ਹੁੰਦੀ। ਇੱਕ ਵਾਰ ਇੱਕ ਬੰਦੇ ਨੇ ਇਹ ਥਾਣੇਦਾਰ ਨੂੰ ਕਿਹਾ, ਮੈਂ ਆਪਣੇ ਖਾੜਕੂ ਭਾਈ ਨਾਲ ਕਦੇ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਤੇ ਸਦਾ ਉਸ ਦੇ ਖਿਲਾਫ ਰਿਹਾ ਹਾਂ। ਥਾਣੇਦਾਰ ਨੇ ਅੱਗੋਂ ਕਿਹਾ, ਚੱਕੀ ਵਿੱਚ ਸਭ ਕੁਝ ਪਿਸ ਜਾਂਦਾ ਹੈ। ਇਹਨਾਂ ਮੌਤ ਦੀ ਉਡੀਕ ਕਰ ਰਹੇ ਬੰਦਿਆਂ ਦੀ ਹਾਲਤ ਉਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਸਾਈ ਦੇ ਅਹਾਤੇ ਵਿੱਚ ਬੰਨੇ ਬੱਕਰਿਆਂ ਦੀ ਹੁੰਦੀ ਹੈ ਜਾਂ ਪਿੰਜਰੇ ਵਿੱਚ ਬੰਦ ਚੂਚਿਆਂ ਮੁਰਗਿਆਂ ਦੀ। ਇਹ ਸਾਰੇ ਖਾਮੋਸ਼ੀ ਵਿੱਚ ਮੌਤ ਨੂੰ ਉਡੀਕ ਰਹੇ ਹੁੰਦੇ ਸਨ। ਜਥੇਦਾਰ ਨੇ ਦੱਸਿਆ ਕਿ ਇੱਕ ਦਿਨ ਥਾਣੇਦਾਰ ਨੇ ਸਾਡੇ ਨੇੜਲੇ ਪਿੰਡ ਵਿੱਚ ਸੂਹ ਮਿਲਣ 'ਤੇ ਛਾਪਾ ਮਾਰਿਆ ਤਾਂ ਅੱਗੋਂ ਸਿੰਘਾਂ ਨੇ ਗੋਲੀ ਚਲਾ ਦਿੱਤੀ। ਇੱਕ ਸਿਪਾਹੀ ਮਾਰਿਆ ਗਿਆ ਅਤੇ ਇੱਕ ਜ਼ਖਮੀ ਹੋ ਗਿਆ। ਸਿੰਘ ਭੱਜਣ ਵਿੱਚ ਕਾਮਯਾਬ ਹੋ ਗਏ। ਉਸ ਤੋਂ ਬਾਅਦ ਪੁਲਿਸ ਨੇ ਸਾਰਾ ਇਲਾਕਾ ਘੇਰ ਲਿਆ। ਸ਼ਾਮ ਨੂੰ ਜਥੇਦਾਰ ਆਪਣੇ ਪਰਿਵਾਰ ਸਮੇਤ ਪਿੰਡ ਵਾਪਸ ਆ ਰਿਹਾ ਸੀ ਤਾਂ ਫਰੀਦਕੋਟ ਕੋਲ ਮੁੱਖ ਸੜਕ 'ਤੇ ਨਾਕੇ ਉੱਤੇ ਉਹਨੂੰ ਰੋਕਿਆ। ਉੱਥੇ ਇਹ ਥਾਣੇਦਾਰ ਅਤੇ ਕੁਝ ਹੋਰ ਅਫਸਰ ਬੈਠੇ ਸਨ। ਉਹ ਥਾਣੇਦਾਰ ਨੇ ਜਥੇਦਾਰ ਨੂੰ ਕੋਲ ਸੱਦਿਆ। ਉਹ ਪੂਰੇ ਨਸ਼ੇ ਵਿੱਚ ਸੀ। ਉਸ ਨੇ ਨਾਲ ਦੇ ਅਫਸਰਾਂ ਨੂੰ ਸੁਣਾ ਕੇ ਕਿਹਾ ਕਿ ਇਹ ਖਾੜਕੂਆਂ ਦਾ ਬੰਦਾ ਹੈ, ਪਰ ਹਾਲੇ ਇਹਦੇ ਮਰਨ ਦਾ ਸਮਾਂ ਨਹੀਂ ਆਇਆ। ਫਿਰ ਉਹਨੇ ਜਥੇਦਾਰ ਨੂੰ ਵਾਪਸ ਭੇਜ ਦਿੱਤਾ, ਪਰ ਜਾਣ ਲੱਗੇ ਨਾਲ ਉੱਠ ਕੇ ਉਹਦੀ ਕਾਰ ਵੱਲ ਹੋਇਆ ਅਤੇ ਕਾਰ ਵਿੱਚ ਬੈਠੇ ਮੇਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਫਿਰ ਜਥੇਦਾਰ ਨੂੰ ਕਿਹਾ, ਤੂੰ ਜਾ, ਪਰ ਅੱਜ ਹੋ ਸਕਦਾ ਹੈ ਤੇਰਾ ਹਵਾਲਾਤ ਵਾਲਾ ਮਿੱਤਰ ਆਪਣੀ ਆਖਰੀ ਮੰਜ਼ਿਲ ਵੱਲ ਚਲਿਆ ਜਾਵੇ। ਜਥੇਦਾਰ ਕਹਿੰਦਾ, ਮੈਂ ਬੜੀ ਮੁਸ਼ਕਲ ਨਾਲ ਉੱਥੋਂ ਆਇਆ ਅਤੇ ਮੇਰੇ ਦਿਲ ਵਿੱਚ ਉਸ ਹਵਾਲਾਤ ਵਿੱਚ ਬੰਦ ਸਿੰਘ ਲਈ ਇੱਕ ਪੀੜ ਉੱਠੀ। ਜਿਵੇਂ ਉਸਨੇ ਕਿਹਾ ਉਸੇ ਤਰ੍ਹਾਂ ਹੋਇਆ। ਅਗਲੇ ਦਿਨ ਖਬਰ ਆ ਗਈ ਕਿ ਨਹਿਰ ਦੇ ਪੁਲ ਉੱਤੇ ਸੁਰੱਖਿਆ ਦਸਤੇ ਅਤੇ ਖਾੜਕੂਆਂ ਵਿੱਚ ਮੁਕਾਬਲਾ ਹੋਇਆ ਅਤੇ ਮੁਕਾਬਲੇ ਵਿੱਚ ਇੱਕ ਅਣਪਛਾਤਾ ਖਾੜਕੂ ਮਾਰਿਆ ਗਿਆ। ਜਦੋਂ ਦੋ ਧਿਰਾਂ ਵਿੱਚ ਮੁਕਾਬਲਾ ਸਿਰਫ ਹਥਿਆਰਾਂ ਨਾਲ ਹੋਣ ਲੱਗ ਪਵੇ ਅਤੇ ਰਾਜਸੀ ਗੱਲਬਾਤ ਟੁੱਟ ਜਾਵੇ ਤਾਂ ਆਮ ਲੋਕ ਜਿਹੜੇ ਦੋਹਾਂ ਧਿਰਾਂ ਦੇ ਵਿਚਕਾਰ ਸਿੱਧੇ ਤੌਰ 'ਤੇ ਕਿਸੇ ਦੇ ਵਿਰੋਧ ਵਿੱਚ ਵੀ ਸ਼ਾਮਲ ਨਾ ਹੋਣ, ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ। ਵੱਡੀ ਧਿਰ ਜਿਹੜੀ ਕਿ ਹਕੂਮਤ ਹੁੰਦੀ ਹੈ, ਜਦੋਂ ਉਹ ਹਰ ਹੀਲੇ ਹਿੰਸਾ ਰਾਹੀਂ ਹੀ ਹੱਲ ਕੱਢਣਾ ਚਾਹੁੰਦੀ ਹੋਵੇ ਤਾਂ ਛੋਟੀ ਧਿਰ ਦੇ ਹਮਾਇਤੀਆਂ
ਅਤੇ ਸਮਰਥਕਾਂ ਦੀ ਘਾਟ ਹੋ ਜਾਂਦੀ ਹੈ। ਇਹ ਥਾਣੇਦਾਰ ਦੇ ਰਿਸ਼ਤੇਦਾਰਾਂ ਦਾ ਕੋਈ ਗੁਨਾਹ ਨਹੀਂ ਸੀ, ਪਰ ਉਹ ਇਸ ਹਿੰਸਾ ਵਿੱਚ ਐਵੇਂ ਹੀ ਲਪੇਟੇ ਗਏ। ਇਸੇ ਤਰ੍ਹਾਂ ਇਹ ਥਾਣੇਦਾਰ ਵੱਲੋਂ ਮਾਰੇ ਗਏ ਖਾੜਕੂਆਂ ਦੇ ਹਮੈਤੀਆਂ ਦੀ ਵੀ ਕੋਈ ਭੂਮਿਕਾ ਨਹੀਂ ਸੀ, ਪਰ ਉਹਨਾਂ ਨੂੰ ਕਿਸੇ ਹੋਰ ਦੀ ਮੌਤ ਦਾ ਬਦਲਾ ਚੁਕਾਉਣਾ ਪਿਆ। ਇਸ ਤਰ੍ਹਾਂ ਪਰਤ ਦਰ ਪਰਤ ਹਿੰਸਾ ਦੇ ਚੱਕਰ ਵਿੱਚ ਬਹੁਤ ਮਾਸੂਮ ਜਾਨਾਂ ਚਲੀਆਂ ਜਾਂਦੀਆਂ ਹਨ। ਹਿੰਸਾ ਦੇ ਸ਼ਿਕਾਰ ਬੰਦਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਉਹ ਕਿਸ ਤਰ੍ਹਾਂ ਇਸ ਚੱਕਰ ਵਿੱਚ ਖਿੱਚੇ ਆਉਂਦੇ ਹਨ ਅਤੇ ਕਿਵੇਂ ਬੇਵਸੀ ਅਤੇ ਲਾਚਾਰਗੀ ਵਿੱਚ ਨਿਰਦੋਸ਼ ਬੰਦੇ ਵੀ ਆਪਣੀ ਮੌਤ ਦੀ ਉਡੀਕ ਕਰਨ ਲੱਗ ਪੈਂਦੇ ਹਨ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 20ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।